पंजाब का नौजवान डीरेल क्यों हो गया, पंजाब की जवानी बाहर क्यों जा रही है। सिद्धू मूसेवाले का कतल होया उस तो बाद होर ज़्यादा चर्चा दे विच आ गई ये चीज़ कि गैंगस्टर शब्द है कित्थों आया, ये पंजाब दे नाल इतराज़ दी जुड़ी किवें। ये गैंगस्टर कल्चर जिन्ना पनपिया ये सारा रिजल्ट है ਜਿਹੜਾ ਅਕਾਲੀ ਦਲ ਔਰ ਕਾਂਗਰਸ ਨੇ ਪੁਸ਼ਤ ਪਨਾਹੀ ਕੀਤੀ ਇਹਨਾਂ ਨੂੰ ਬਚਾਇਆ। ਕਵਾਂਗੇ ਕਿ ਚੱਕ ਦਿਓ ਫੱਟੇ, ਅਸੀਂ ਤੁਹਾਡੇ ਪਿੱਛੇ ਖੜੇ ਆਂ, ਪਹਿਲਾਂ ਉਹਨਾਂ ਤੋਂ ਸਟੇਜਾਂ ਤੇ ਕਬਜ਼ੇ ਕਰਾਵਾਂਗੇ, ਫਿਰ ਵਿਰੋਧੀਆਂ ਦੀਆਂ ਲੱਤਾਂ ਤੜਵਾਵਾਂਗੇ। ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਘੁਣ ਵਾਂਗ ਖਾ ਗਏ ਹੋ। ਲੀਡਰਾਂ ਦੇ ਸ਼ਬਦਾਂ ਤੋਂ ਸੁਣਦੇ ਸੀ ਕਿ ਕਹਿੰਦੇ ਕਿ ਗੈਂਗਸਟਰ ਸ਼ਬਦ ਇੰਟਰੋਡਿਊਸ ਕਰਨ ਵਾਲੇ ਹੀ ਅਕਾਲੀ ਦਲ ਵਾਲੇ ਨੇ, ਤਾਂ ਅਕਾਲੀ ਦਲ ਦੇ ਵਿੱਚ ਤੁਸੀਂ ਉਸ ਵੇਲੇ ਹਿੱਸਾ ਸੀਗੇ, ਤੁਸੀਂ ਚੀਜ਼ਾਂ ਨਜ਼ਦੀਕ ਤੋਂ ਦੇਖੀਆਂ। ਇਹ ਕਿੱਦਾਂ ਬਣੇ ਗੈਂਗਸਟਰ, ਇਹ ਕਿਉਂ ਲਿਆਂਦੇ ਗਏ, ਕੀ ਇਹਨਾਂ ਤੋਂ ਕੰਮ ਕਰਵਾਏ ਗਏ, ਕਿਸ ਤਰੀਕੇ ਨਾਲ ਕੌਣ ਸਿਆਸਤਦਾਨ ਸੀ ਜਿਹੜੇ ਇਹ ਸਾਰੀਆਂ ਚੀਜ਼ਾਂ ਕਰਵਾਉਣ। ਲੇਕਿਨ ਜਦੋਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਰਾਜ ਭਾਗ ਦੀ ਉਹਨਾਂ ਨੂੰ ਕਮਾਨ ਆਈ ਉਹਨਾਂ ਕੋਲੇ, ਤਾਂ ਉਹ ਚਟਾਲਿਆਂ ਤੋਂ ਬੜੇ ਪ੍ਰਭਾਵਿਤ ਸੀ ਕਿ ਭਾਈ ਸਾਹਿਬ ਆਏ, ਭਾਈ ਸਾਹਿਬ ਹੋਏ, ਵੀ ਜਿਵੇਂ ਡੰਡੇ ਨਾਲ ਰਾਜ ਕਰਨਾ। ਕਾਕਾ ਜੀ ਕਲਚਰ ਵੀ 50-50 60-60 ਸਾਲ ਦੇ ਜਿਹੜੇ ਜਥੇਦਾਰ ਹੈਗੇ ਨੇ, 80-80 ਸਾਲ ਦੇ, ਉਹ 25-25 ਸਾਲ ਦੇ ਗੋਡੀ ਹੱਥ ਲਾ ਰਹੇ ਨੇ ਕਾਕਾ ਜੀਆਂ ਦੇ। ਕਿਸ ਤਰੀਕੇ ਦੇ ਨਾਲ ਕਿਹੜੇ ਗੈਂਗਸਟਰ ਕਹਿੰਦੇ ਕਿ ਇੱਕੋ ਬੰਦੇ ਦੇ ਇਸ਼ਾਰੇ ਤੇ ਚੱਲਦੇ ਸੀਗੇ ਉਸ ਵੇਲੇ। ਗੈਂਗਸਟਰ ਜਿਹੜੇ ਬਣਦੇ ਨੇ ਨਾ, ਉਹ ਈਵਨ ਐਮਐਲਏ ਦੇ ਲੈਵਲ ਤੇ ਵੀ ਨਹੀਂ ਬਣਦੇ। ਐਮਐਲਏ ਕੋਲ ਇੰਨੀ ਪਾਵਰ ਨਹੀਂ ਹੁੰਦੀ ਕਿ ਉਹ ਐਸਐਸਪੀਆਂ ਤੋਂ ਉੱਤੋਂ ਦੀ ਟਪਾ ਕੇ, ਹੋ ਸਕਦਾ ਕੋਈ ਐਮਐਲਏ ਹੋਣ ਇਹੋ ਜਿਹੇ, ਲੇਕਿਨ ਇਹ ਸਿਰਫ ਟੌਪ ਤੋਂ ਸ਼ੁਰੂ ਹੁੰਦਾ। ਲੱਗਦਾ ਕਿ ਬੜਾ ਔਖਾ ਸਮਾਂ ਹੈਗਾ, ਔਖਾ ਮੁਕਾਮ ਹੈਗਾ ਆਮ ਆਦਮੀ ਪਾਰਟੀ ਲਈ ਵੀ, ਖਾਸ ਕਰਕੇ ਕਿ ਦੇਖੋ ਇਸ ਚੀਜ਼ ਨੂੰ ਲੈ ਕੇ ਕੋਈ ਸਮਝੌਤਾ ਨਹੀਂ, ਚਾਹੇ ਕੋਈ ਵੀ ਹੋਵੇ, ਕਿਸੇ ਦਾ ਵੀ ਹੋਵੇ। ਲਾਰੈਂਸ ਬਿਸ਼ਨੋਈ ਦਾ ਨਾਮ ਬੜਾ ਵੱਡਾ ਹੋ ਗਿਆ ਪਿਛਲੇ ਦਿਨਾਂ ਦੇ ਵਿੱਚ, ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ, ਕਹਿੰਦੇ ਕਿ ਜੇਲ੍ਹ ਦੇ ਵਿੱਚੋਂ ਬੈਠੇ ਹੀ ਸਾਰੀ ਗੇਮ ਘੁਮਾ ਦਿੱਤੀ ਗਈ। ਕਿ ਦੇਖੋ ਗੈਂਗਸਟਰ ਪੈਦਾਤਰ ਗੈਂਗਸਟਰ ਨਹੀਂ ਹੁੰਦਾ, ਲੇਕਿਨ ਹਾਲਾਤ ਦੇ ਨਾਲ ਉਹਨੂੰ ਪਿੱਛੇ ਸ਼ਕਤੀਆਂ ਕੰਮ ਕਰਦੀਆਂ ਉਹਨੂੰ ਖਰਾਬ ਕਰਨ ਲਈ, ਤੇ ਉਹੀ ਹਾਲਾਤ ਹੁਣ ਵੀ ਪੈਦਾ ਹੋਏ ਨੇ। ਪਰ ਬਿਕਰਮ ਸਿੰਘ ਮਜੀਠੀਆ ਜਦੋਂ ਬਾਹਰ ਆਉਂਦੇ ਨੇ ਤਾਂ ਉਹਨੂੰ ਇਸ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਜਾ ਰਿਹਾ ਜਿਵੇਂ ਕੋਈ ਵੱਡੀ ਜੰਗ ਜਿੱਤ ਕੇ ਆਇਆ ਹੋ, ਜਦਕਿ ਨਸ਼ੇ ਦਾ ਮਾਮਲਾ, ਕੇਸ ਨਸ਼ੇ ਦਾ ਚੱਲ ਰਿਹਾ ਉਹਨਾਂ ਤੇ ਉਹ ਆਪਣੇ ਆਪ ਨੂੰ ਇਦਾਂ ਸੁਰਖਰੂ ਦੱਸ ਰਹੇ ਨੇ ਜਿਵੇਂ ਕੇਸ ਹੀ ਬੰਦ ਹੋ ਗਿਆ। ਜਦੋਂ ਮੈਂ ਨਿਊਜ਼ ਤੇ ਦੇਖਿਆ ਕਿ ਉੱਥੇ ਲਿਖਿਆ ਹੋਇਆ ਸੀ ਜਰਨੈਲ ਨੂੰ ਜ਼ਮਾਨਤ, ਵੀ ਜਿੱਦਾਂ ਕੇਸ ਹੀ ਖਤਮ ਹੋ ਗਿਆ ਹੁੰਦਾ। ਕਿਸੇ ਨੇ ਇਹ ਨਹੀਂ ਪੁੱਛਿਆ ਕਿ ਜੇ ਫਿਰ ਕੋਈ ਵੀ ਪ੍ਰੂਫ ਨਹੀਂ ਸੀ, ਜੇ ਕੇਸ ਹੀ ਗਲਤ ਸੀ, ਤਾਂ ਫਿਰ 6 ਮਹੀਨਿਆਂ ਤੱਕ ਅੰਦਰ ਕਿਉਂ ਰਹਿਣਾ। ਜਦੋਂ ਝੁੰਦਾ ਸਾਹਿਬ ਦੀ ਰਿਪੋਰਟ ਹੀ ਝੁੰਦਾ ਸਾਹਿਬ ਤੋਂ ਹੀ ਰਿਜੈਕਟ ਕਰਾਤੀ ਜਾਂ ਤਾਂ ਹੋਵੇ ਉਹ। ਸੋ ਇਹ ਪ੍ਰੈਸ਼ਰ ਪੋਲੀਟਿਕਸ ਹੈ ਜੀ, ਬੜਾ ਮੰਦਭਾਗੀ ਗੱਲ ਹੈ। ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਛੱਡਣੀ ਚਾਹੀਦੀ। ਮੈਂ ਤਾਂ ਸਮਝਦਾ ਬਹੁਤ ਦੇਰ ਪਹਿਲਾਂ ਹੀ ਛੱਡ ਦੇਣੀ ਚਾਹੀਦੀ ਸੀ। ਜਦੋਂ ਸੁਖਬੀਰ ਸਿੰਘ ਬਾਦਲ ਤੋਂ ਅਜਿਹੀਆਂ ਟਿੱਪਣੀਆਂ ਸੁਣਨ ਨੂੰ ਮਿਲਦੀਆਂ ਨੇ ਕਿ ਗਲਤੀਆਂ ਹੋਈਆਂ, ਮੈਂ ਅੱਜ ਹੈਗਾ, ਮੇਰੀ ਥਾਂ ਕੱਲ੍ਹ ਹੋਰ ਵੀ ਹੋਣਗੇ ਪ੍ਰਧਾਨ, ਹੋਰ ਵੀ ਆਗੂ ਹੋਣਗੇ, ਪਰ ਗਲਤੀਆਂ ਹੋਈਆਂ ਉਹ ਉਹਨਾਂ ਨੂੰ ਇੱਕ ਪਾਸੇ ਕਰਕੇ ਤੇ ਇਹ ਸੋਚਣਾ ਚਾਹੀਦਾ ਜੇ ਅਕਾਲੀ ਦਲ ਖਤਮ ਹੋ ਗਿਆ ਤਾਂ ਪੰਜਾਬ ਦੇ ਲਈ ਬਹੁਤ ਵੱਡੀ ਚੁਣੌਤੀ। ਨਹੀਂ, ਮੈਂ ਸਮਝਦਾ ਅਸਲ ਦੇ ਵਿੱਚ ਉਹਨਾਂ ਦਾ ਮਤਲਬ ਹੈ ਮੈਨੂੰ ਬਚਾਉਣਾ ਬੜਾ ਜ਼ਰੂਰੀ ਹੈ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ, ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਪੰਜਾਬ ਦੀ ਸਿਆਸਤ ਦੇ ਵਿੱਚ ਕਈ ਮਸਲੇ ਨੇ ਜਿਹੜੇ ਬੜੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ। ਅੱਜ ਕੱਲ ਅਸੀਂ ਦੇਖ ਰਹੇ ਹਾਂ ਕਿ ਇੱਕ ਬੜੀ ਅਹਿਮ ਚੀਜ਼ ਪਿਛਲੇ ਦਿਨਾਂ ਤੋਂ ਲਗਾਤਾਰ ਲੋਕਾਂ ਦੇ ਧਿਆਨ ਦੇ ਵਿੱਚ ਵੀ ਹੈਗੀ ਕਿ ਜਿਸ ਤਰੀਕੇ ਨਾਲ ਗੈਂਗਸਟਰ ਕਲਚਰ ਜਿਹੜਾ ਹੈਗਾ ਵੱਡੇ ਪੱਧਰ ਤੇ ਉਹਦੀਆਂ ਚਰਚਾਵਾਂ ਹੋ ਰਹੀਆਂ ਨੇ। ਆਖਿਰਕਾਰ ਇਹ ਗੈਂਗਸਟਰ ਪੰਜਾਬ ਦੇ ਵਿੱਚ ਆਏ ਕਦੋਂ, ਇੱਕ ਸ਼ਬਦ ਜਿਹੜਾ ਇਹ ਗੈਂਗਸਟਰ ਹੈਗਾ ਇਹ ਬਣਾਉਣ ਵਾਲਾ ਕੌਣ ਹੈਗਾ। ਅੱਜ ਅਸੀਂ तमाम ਮਸਲੇ ਤੇ ਗੱਲਬਾਤ ਕਰਨੀ ਹੈ। ਸਾਡੇ ਨਾਲ ਹਰਸੁਖਿੰਦਰ ਸਿੰਘ ਬੱਬੀ ਬਾਦਲ ਨੇ, ਗੱਲਬਾਤ ਕਰਕੇ ਸਮਝਣਾ, ਕਿਉਂਕਿ ਬੜੇ ਨਜ਼ਦੀਕ ਤੋਂ ਸਿਸਟਮ ਨੂੰ ਸਮਝਦੇ ਨੇ, ਬੜੀਆਂ ਚੀਜ਼ਾਂ ਘੋਖੀਆਂ ਹੋਈਆਂ ਨੇ, ਆਪਣੇ ਤੌਰ ਤੇ ਸਮਝਦੇ ਨੇ ਕਿ ਇਹ ਚੀਜ਼ਾਂ ਕਿਵੇਂ ਬਣੀਆਂ। ਬਾਦਲ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਤੁਹਾਡਾ। ਤੇ ਅਸੀਂ ਪੰਜਾਬ ਦੀ ਚਿੰਤਾ ਜਦੋਂ ਕਰਦੇ ਹਾਂ ਨਾ ਕਿ ਪੰਜਾਬ ਦਾ ਨੌਜਵਾਨ ਡੀਰੇਲ ਕਿਉਂ ਹੋ ਗਿਆ, ਪੰਜਾਬ ਦੀ ਜਵਾਨੀ ਬਾਹਰ ਕਿਉਂ ਜਾ ਰਹੀ ਹੈ, ਤਾਂ ਇੱਕ ਬੜਾ ਵੱਡਾ ਸ਼ਬਦ ਇਹ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਵੀ ਚਰਚਾ ਦਾ ਵਿਸ਼ਾ ਰਿਹਾ, ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਸ ਤੋਂ ਬਾਅਦ ਹੋਰ ਜ਼ਿਆਦਾ ਚਰਚਾ ਦੇ ਵਿੱਚ ਆ ਗਈ ਇਹ ਚੀਜ਼ ਕਿ ਗੈਂਗਸਟਰ ਸ਼ਬਦ ਹੈ ਕਿੱਥੋਂ ਆਇਆ, ਇਹ ਪੰਜਾਬ ਦੇ ਨਾਲ ਇਤਰਾਜ਼ ਦੀ ਜੁੜੀ ਕਿਵੇਂ ਹੈ। ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਭੋਗਲ ਸਾਹਿਬ, ਜਿੱਥੋਂ ਤੱਕ ਗੈਂਗਸਟਰਾਂ ਦਾ ਸਵਾਲ ਹੈ, ਤਾਂ ਜਿੱਦਾਂ ਆਪਾਂ ਮਰੀਜ਼ ਆਪਾਂ ਨੂੰ ਪੰਜਾਬ 'ਚ ਆਪਾਂ ਦੇਖਦੇ ਹਾਂ ਕਿ ਜਦੋਂ ਮਰੀਜ਼ ਜਮਾਂ ਮਰਨ ਕਿਨਾਰੇ ਹੋ ਜਾਂਦਾ ਹੈ ਤਾਂ ਉਹਨੂੰ PGI ਲੈ ਜਾਂਦੇ। ਇਹ ਗੈਂਗਸਟਰ ਕਲਚਰ ਜਿੰਨਾ ਪਨਪਿਆ, ਇਹ ਸਾਰਾ ਰਿਜ਼ਲਟ ਹੈ ਜਿਹੜਾ ਅਕਾਲੀ ਦਲ ਔਰ ਕਾਂਗਰਸ ਨੇ ਪੁਸ਼ਤਪਨਾਹੀ ਕੀਤੀ ਇਹਨਾਂ ਦੀ, ਇਹਨਾਂ ਨੂੰ ਬਚਾਇਆ, ਨੌਜਵਾਨ ਬੱਚਿਆਂ ਨੂੰ ਇਸ ਪਾਸੇ ਨੂੰ ਉਤਸ਼ਾਹਿਤ ਕੀਤਾ। ਗਲੈਮਰਸ ਇੱਕ ਨਾ ਤਸਵੀਰ ਬਣਾਈ ਗਈ ਕਿ ਜੀ ਇਸ ਪਾਸਿਓਂ ਜਦੋਂ ਹੁਣ ਆਪਾਂ ਕਿਸੇ ਨੌਜਵਾਨਾਂ ਨੂੰ ਕਵਾਂਗੇ ਕਿ ਚੱਕ ਦਿਓ ਫੱਟੇ, ਅਸੀਂ ਤੁਹਾਡੇ ਪਿੱਛੇ ਖੜੇ ਆਂ, ਪਹਿਲਾਂ ਉਹਨਾਂ ਤੋਂ ਸਟੇਜਾਂ ਤੇ ਕਬਜ਼ੇ ਕਰਾਵਾਂਗੇ, ਫਿਰ ਵਿਰੋਧੀਆਂ ਦੀਆਂ ਲੱਤਾਂ ਤੜਵਾਵਾਂਗੇ, ਫਿਰ ਤੀਸਰੀ ਚੌਥੀ ਸਟੇਜ ਆਉਂਦੀ ਹੈ ਜਦੋਂ ਉਹ ਬੰਦੇ ਜਿਹੜੇ ਹੁੰਦੇ ਆ ਉਹ ਸੌਫਟ ਕੋਰ ਤੋਂ ਹਾਰਡ ਕੋਰ ਬਣ ਜਾਂਦੇ ਆ, ਉਹ ਕ੍ਰਿਮੀਨਲ ਬਣ ਜਾਂਦੇ ਆ, ਕਿਉਂ ਕਰਕੇ ਉਹ ਦੇਖਦੇ ਆ ਕਿ ਜਿਹੜਾ ਲਾਅ ਐਂਡ ਆਰਡਰ ਹੈ ਅਸੀਂ ਇਹਨੂੰ ਤੋੜ ਵੀ ਦਈਏ ਤੇ ਜੇ ਸਾਡੇ ਨਾਲ ਸਿਆਸਤਦਾਨ ਖੜੇ ਆ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਸੋ ਇਸ ਕਰਕੇ ਮੈਂ ਕਹਿੰਦਾ ਕਿ ਸਾਨੂੰ ਤਾਂ ਜਿਵੇਂ PGI ਵਾਲਾ ਜਿਹੜਾ ਹੈ ਨਾ ਅਖੀਰੀ ਸਟੇਜ, ਜਦੋਂ ਆਮ ਆਦਮੀ ਸਰਕਾਰ ਬਣੀ ਹੈ 2022 ਵਿੱਚ, ਉਸ ਟਾਈਮ ਇਹ ਗੈਂਗਸਟਰ ਕਲਚਰ ਇਹਨਾਂ ਦਾ ਪੂਰਾ ਜਿਵੇਂ ਰਿੜਕ ਕੇ ਜਿਹੜਾ ਇਹਨਾਂ ਨੇ ਨਿਚੋੜ ਕੱਢਿਆ ਸੀ, ਸਾਨੂੰ ਤਾਂ ਉਹ ਖਤਮ ਕਰਨਾ ਪੈ ਰਿਹਾ ਹੈ। ਇਹਨਾਂ ਦੀਆਂ ਜਿਹੜੀਆਂ ਗਲਤੀਆਂ ਹੈ ਉਹਨਾਂ ਦਾ ਅਸੀਂ ਉਹਨਾਂ ਨੂੰ ਅੱਖਾਂ ਨਾਲ ਚੁਗ ਰਹੇ ਹਾਂ, ਜਿਹੜੇ ਇਹਨਾਂ ਨੇ ਕੰਡੇ ਵਿਛਾਏ ਹੈ ਸਾਨੂੰ ਆਪਦੀਆਂ ਅੱਖਾਂ ਨਾਲ ਚੁਗਣੇ ਪੈ ਰਹੇ ਹੈ। ਕਾਰਨ ਕੀ ਹੈ, ਜਿੰਨੇ ਬੱਚੇ ਬਾਹਰ ਗਏ ਹੈ ਸਾਡੇ ਨੌਜਵਾਨ, ਉਹਦੇ ਵਿੱਚ ਦੋ ਗੱਲਾਂ ਤਾਂ ਹੈਗੀਆਂ ਸੀ। ਇੱਕ ਤਾਂ ਬਾਹਰ ਜਾਣ ਦੀ ਬੰਦੇ ਨੂੰ ਤਰੱਕੀ ਦੀ ਆਸ ਹੁੰਦੀ ਹੈ ਕਿ ਮੈਂ ਬਾਹਰ ਜਾਊਂਗਾ ਤੇ ਮੈਂ ਤਰੱਕੀ ਕਰੂੰਗਾ। ਦੂਸਰੀ ਇਹ ਵੀ ਗੱਲ ਹੈ, ਜਿਹੜੇ ਮਾਂ ਪਿਓ ਇੱਥੇ ਜ਼ਮੀਨਾਂ ਵੇਚ ਕੇ ਗਿਰਵੀ ਰੱਖ ਕੇ ਬੱਚਿਆਂ ਨੂੰ ਬਾਹਰ ਭੇਜ ਰਹੇ ਹੈ, ਸਾਡੀ ਇਹ ਤਰਾਸਦੀ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਜੇ ਸਾਡੇ ਬੱਚੇ ਇੱਥੇ ਰਹਿ ਗਏ ਤਾਂ ਗਲਤ ਸੰਗਤ 'ਚ ਪੈ ਕੇ ਜਾਂ ਨਸ਼ੇ ਵੱਲ ਹੋ ਜਾਣਗੇ ਜਾਂ ਗੈਂਗਸਟਰਾਂ ਵੱਲ ਹੋ ਜਾਣਗੇ। ਸੋ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ ਇਹ ਜਿਹੜੇ ਆਪਣੇ ਆਪ ਨੂੰ ਇਹ ਕਹਿੰਦੇ ਆ ਨਾ ਕਿ ਅਸੀਂ ਬੜਾ ਸੋਹਣਾ ਰਾਜ ਕੀਤਾ, ਅਸੀਂ ਆਹ ਕੀਤਾ, ਡਿਵੈਲਪਮੈਂਟ ਕੀਤੀ। ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਘੁਣ ਵਾਂਗ ਖਾ ਗਏ ਹੋ। ਅੱਜ ਪੰਜਾਬੀ ਨੌਜਵਾਨਾਂ ਦਾ ਜੋ ਬੁਰਾ ਹਾਲ ਹੋ ਰਿਹਾ ਹੈ ਉਹ ਸਾਰਾ ਇਹਨਾਂ ਦੀ ਬਦੌਲਤ ਹੋ ਰਿਹਾ ਹੈ। ਔਰ ਮੈਂ ਤੁਹਾਨੂੰ ਇਹ ਦੱਸਦਾ, ਬੜੀ ਜ਼ਿੰਮੇਵਾਰੀ ਨਾਲ ਦੱਸਦਾ ਕਿ ਜਿਹੜਾ ਗੈਂਗਸਟਰ ਕਲਚਰ ਹੈ, ਜੇ ਇਹਨੂੰ ਪਹਿਲਾਂ ਹੀ ਫਰਮਲੀ ਡੀਲ ਕੀਤਾ ਹੁੰਦਾ ਤਾਂ ਅੱਜ ਇਸ ਲੈਵਲ ਤੇ ਨਹੀਂ ਸੀ ਆਉਣਾ ਕਿ ਸਿੱਧੂ ਮੂਸੇਵਾਲੇ ਵਰਗਾ ਹੀਰਾ ਸਾਡੇ ਤੋਂ ਖੋਹ ਕੇ ਲੈ ਗਈ ਸਾਡੀ ਤਕਦੀਰ, ਉਹ ਇਸ ਲੈਵਲ ਤੇ ਨਹੀਂ ਸੀ ਆਉਣਾ। ਇਹ ਸਿਰਫ ਤੁਸੀਂ ਲਾ ਲਓ ਇਹਨਾਂ ਦੀਆਂ ਗਲਤੀਆਂ ਦਾ ਨਤੀਜਾ ਹੈ ਕਿ ਅੱਜ ਜਿਹੜਾ ਹਾਲਾਤ ਪੈਦਾ ਹੋਏ ਨੇ। ਪਰ ਇਹ ਗੱਲ ਹੈ ਕਿ ਇਹ ਸਾਫ਼ ਹੈ ਸੁਨੇਹਾ, ਇਹ ਕਲਚਰ ਹੁਣ ਖਤਮ ਹੋਊਗਾ। ਬਾਲ ਸਾਹਿਬ, ਬੜੀ ਅਹਿਮ ਚੀਜ਼ ਹੈ ਕਿ ਕਿਉਂਕਿ ਤੁਸੀਂ ਇਹ ਸਿਸਟਮ, ਮੈਂ ਤੁਹਾਡੇ ਨਾਲ ਤਾਂ ਇਸ ਮਸਲੇ ਤੇ ਅੱਜ ਗੱਲ ਕਰ ਰਿਹਾ ਕਿਉਂਕਿ ਚਿੰਤਾ ਦੀ ਗੱਲ ਹੈ ਕਿ ਨੌਜਵਾਨ ਕਿੱਧਰਲੇ ਪਾਸੇ ਨੂੰ ਜਾ ਰਹੇ ਨੇ। ਇਸ ਵੇਲੇ ਇੱਕ ਬਦਲ ਦੀ ਗੱਲ ਹੋ ਰਹੀ ਹੈ, ਬਦਲਾਅ ਦੀ ਗੱਲ ਹੋ ਰਹੀ ਹੈ, ਪਰ ਨਾਲ ਦੀ ਨਾਲ ਇਹ ਵੀ ਸਮਝਣਾ ਪਵੇਗਾ ਇਹ ਚੀਜ਼ਾਂ ਚੱਲੀਆਂ ਕਿਵੇਂ। ਤੁਸੀਂ ਜਦੋਂ ਗੈਂਗਸਟਰ ਸ਼ਬਦ ਦੀ ਗੱਲ ਕਰਦੇ ਹਾਂ, ਅਸੀਂ ਅਕਸਰ ਕਾਂਗਰਸ ਦੇ ਲੀਡਰਾਂ ਦੇ ਸ਼ਬਦਾਂ ਤੋਂ ਸੁਣਦੇ ਸੀ ਕਿ ਕਹਿੰਦੇ ਕਿ ਗੈਂਗਸਟਰ ਸ਼ਬਦ ਇੰਟਰੋਡਿਊਸ ਕਰਨ ਵਾਲੇ ਹੀ ਅਕਾਲੀ ਦਲ ਵਾਲੇ ਨੇ। ਤਾਂ ਅਕਾਲੀ ਦਲ ਦੇ ਵਿੱਚ ਤੁਸੀਂ ਉਸ ਵੇਲੇ ਹਿੱਸਾ ਸੀਗੇ, ਤੁਸੀਂ ਚੀਜ਼ਾਂ ਨਜ਼ਦੀਕ ਤੋਂ ਦੇਖੀਆਂ। ਇਹ ਕਿੱਦਾਂ ਬਣੇ ਗੈਂਗਸਟਰ, ਇਹ ਕਿਉਂ ਲਿਆਂਦੇ ਗਏ, ਕੀ ਇਹਨਾਂ ਤੋਂ ਕੰਮ ਕਰਵਾਏ ਗਏ, ਕਿਸ ਤਰੀਕੇ ਨਾਲ ਕੌਣ ਸਿਆਸਤਦਾਨ ਸੀ ਜਿਹੜੇ ਇਹ ਸਾਰੀਆਂ ਚੀਜ਼ਾਂ ਕਰਵਾਉਂਦੇ? ਦੇਖੋ, ਜੇ ਮੈਂ ਸਾਰੀ ਗੱਲ ਦੀ ਜੜ ਨੂੰ ਫੜਨਾ ਹੋਵੇ ਤਾਂ ਜੜ ਇਹਦੀ ਇਹ ਹੈ ਕਿ ਜਦੋਂ ਦੇਖੋ ਵੱਡੇ ਬਾਦਲ ਸਾਹਿਬ ਦੀ ਸ਼ਰਾਫਤ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ। ਲੇਕਿਨ ਜਦੋਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਰਾਜ ਭਾਗ ਦੀ ਉਹਨਾਂ ਨੂੰ ਕਮਾਨ ਆਈ ਉਹਨਾਂ ਕੋਲੇ, ਤਾਂ ਉਹ ਚਟਾਲਿਆਂ ਤੋਂ ਬੜੇ ਪ੍ਰਭਾਵਿਤ ਸੀ ਕਿ ਭਾਈ ਸਾਹਿਬ ਆਏ, ਭਾਈ ਸਾਹਿਬ ਹੋਏ, ਵੀ ਜਿਵੇਂ ਡੰਡੇ ਨਾਲ ਰਾਜ ਕਰਨਾ। ਉਸ ਤਰੀਕੇ ਨਾਲ ਇਹ ਉਸ ਥਾਂ ਤੋਂ ਇਹ ਸ਼ੁਰੂ ਹੋਇਆ ਕਿ ਉਹ ਜਿਹੜੀ ਪੋਲਿਟਿਕਸ ਸੀ ਹਰਿਆਣੇ ਦੀ ਲੱਠ ਮਾਰ ਪੋਲਿਟਿਕਸ, ਉਹਨੂੰ ਪੰਜਾਬ ਦੇ ਅੰਦਰ ਇੰਟਰੋਡਿਊਸ ਕੀਤਾ ਗਿਆ। ਉਹ ਲੱਠ ਮਾਰ ਪੋਲਿਟਿਕਸ ਜਿਹੜੀ ਸੀ ਉਹਦੇ ਨਾਲ ਵੱਡਾ ਨੁਕਸਾਨ ਇਹ ਹੋਇਆ ਕਿ ਜਿਹੜੇ ਪੰਜਾਬੀ ਹੈ ਇਹਨਾਂ ਦੇ ਉੱਤੇ ਸਪੀਡੋਮੀਟਰ ਨਹੀਂ ਹੁੰਦਾ। ਇਹ ਜਾਂ ਤਾਂ ਕਿਸੇ ਮੁੱਦੇ ਤੇ ਜਾਂ ਪੰਥਕ ਕਹਿ ਲਓ ਜਾਂ ਪੰਜਾਬੀ ਨੌਜਵਾਨ ਕਹਿ ਲਓ, ਇਹ ਜਾਂ ਤਾਂ ਪੂਰਾ ਹੀ ਪੈ ਜਾਂਦੇ ਨੇ ਇਸ ਪਾਸੇ ਨੂੰ, ਜਾਂ ਫਿਰ ਇਹ ਨੇੜਿਓਂ ਦੇ ਵੀ ਨਹੀਂ ਟੱਪਦੇ। ਔਰ ਇਹ ਬੜੀ ਗੈਰ ਜ਼ਿੰਮੇਵਾਰਾਨਾ ਗੱਲ ਸੀ ਕਿ ਇਸ ਪਾਸੇ ਨੂੰ ਚੱਕ ਦਿਓ ਫੱਟੇ,
ਬੜਾ ਜਿਵੇਂ ਜਿਹਨੂੰ ਮਸਕੂਲਰ ਪੋਲਿਟਿਕਸ ਕਹਿੰਦੇ ਆ ਨਾ ਆਪਾਂ, ਮਸਲ ਪੋਲਿਟਿਕਸ, ਉਸ ਪੋਲਿਟਿਕਸ ਨੇ ਨੁਕਸਾਨ ਬੜਾ ਕੀਤਾ ਹੈ। ਜਿਵੇਂ ਕਾਂਗਰਸ ਵਾਲੇ ਕਹਿ ਰਹੇ ਨੇ, ਕਾਂਗਰਸ ਵੀ ਇਹਦੇ 'ਚ ਪਾਕ ਸਾਫ਼ ਨਹੀਂ ਗੀ, ਕਾਂਗਰਸ ਨੇ ਆਪਣਾ ਵੀ ਖੂਬ ਕਿਰਦਾਰ ਨਿਭਾਇਆ ਹੈ। ਲੇਕਿਨ ਇਹ ਮੈਂ ਤੁਹਾਨੂੰ ਦੱਸ ਦਿਆਂ ਕਿ ਮੈਂ ਉਸ ਟਾਈਮ, ਮੈਂ ਭਾਵੇਂ ਕੋਈ ਆਫਿਸ ਬੀਅਰਰ ਜਾਂ ਮੈਂ ਸਰਕਾਰ ਦਾ ਹਿੱਸਾ ਨਹੀਂ ਸੀ, ਪਰ ਕਿਉਂ ਕਰਕੇ ਪਰਿਵਾਰ ਦਾ ਮੈਂਬਰ ਸੀ ਤੇ ਮੈਨੂੰ ਦੇਖਣ ਦਾ ਮੌਕਾ ਮਿਲਿਆ ਬੜਾ ਨਜ਼ਦੀਕ ਤੋਂ ਕਿ ਇਹ ਜਿਹੜੀ ਸਿਆਸਤ ਇੰਟਰੋਡਿਊਸ ਹੋ ਰਹੀ ਹੈ, ਇਹਦੇ ਮਤਲਬ ਕਿਸ ਤਰੀਕੇ ਨਾਲ ਔਰ ਕਿਸ ਸਿਸਟਮ ਨਾਲ ਕਾਕਾ ਜੀ ਕਲਚਰ ਵੀ 50-50 60-60 ਸਾਲ ਦੇ ਜਿਹੜੇ ਜਥੇਦਾਰ ਹੈਗੇ ਨੇ, 80-80 ਸਾਲ ਦੇ, ਉਹ 25-25 ਸਾਲ ਦੇ ਗੋਡੀ ਹੱਥ ਲਾ ਰਹੇ ਨੇ ਕਾਕਾ ਜੀਆਂ ਦੇ। ਸੋ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਇਸ ਕਲਚਰ ਦਾ ਆਗਾਜ਼ ਬੜਾ ਮੰਦਭਾਗਾ ਹੈ ਪੰਜਾਬ ਲਈ, ਔਰ ਇਹ ਹੋਇਆ ਉਸ ਟਾਈਮ, ਇਹ ਹੋਇਆ। ਬਸ ਇਹ ਵੀ ਚਰਚਾਵਾਂ ਰਹੀਆਂ ਨੇ ਕਿ ਕਿਸੇ ਸਿਆਸੀ ਆਗੂ ਦੇ ਇਸ਼ਾਰਿਆਂ ਤੇ ਕੰਮ ਕਰਵਾਉਣਾ, ਜਾਂ ਕਿਸ ਤਰੀਕੇ ਦੇ ਨਾਲ ਕਿਹੜੇ ਗੈਂਗਸਟਰ ਕਹਿੰਦੇ ਕਿ ਇੱਕੋ ਬੰਦੇ ਦੇ ਇਸ਼ਾਰੇ ਤੇ ਚੱਲਦੇ ਸੀਗੇ ਉਸ ਵੇਲੇ, ਉਹੀ ਕਾਰਨ ਰਿਹਾ ਕਿ ਬਹੁਤੇ ਆਗੂ ਜ਼ੁਬਾਨ ਹੀ ਨਹੀਂ ਖੋਲ੍ਹਦੇ ਸੀਗੇ। ਦੇਖੋ, ਇੱਕ ਗੱਲ ਤਾਂ ਸਾਫ਼ ਹੈ ਕਿ ਜੇ ਕੋਈ ਗੈਂਗਸਟਰ ਪੁਲਿਸ ਨੂੰ ਮਤਲਬ ਕੁਛ ਤੁੱਛ ਸਮਝ ਰਿਹਾ ਹੈ, ਪੁਲਿਸ ਵੱਲ ਉਹ ਕੰਟੈਂਪਟ ਦੀ ਨਿਗਾਹ ਨਾਲ ਦੇਖ ਰਿਹਾ ਕਿ ਤੁਸੀਂ ਮੇਰਾ ਕੀ ਵਿਗਾੜ ਲਓਗੇ, ਇਹਦਾ ਮਤਲਬ ਉਹਦੇ ਤੇ ਕਿਸੇ ਦਾ ਹੱਥ ਹੈ, ਉਹਦੇ ਤੇ ਕੋਈ ਪਾਵਰ ਬੈਕ ਕਰ ਰਹੀ ਹੈ। ਔਰ ਕਿਸ ਲੈਵਲ ਦੀ ਪਾਵਰ ਹੁੰਦੀ ਹੈ। ਗੈਂਗਸਟਰ ਜਿਹੜੇ ਬਣਦੇ ਨੇ ਨਾ, ਉਹ ਈਵਨ MLA ਦੇ ਲੈਵਲ ਤੇ ਵੀ ਨਹੀਂ ਬਣਦੇ। MLA ਕੋਲ ਇੰਨੀ ਪਾਵਰ ਨਹੀਂ ਹੁੰਦੀ ਕਿ ਉਹ SSPਆਂ ਤੋਂ ਉੱਤੋਂ ਦੀ ਟਪਾ ਕੇ, ਹੋ ਸਕਦਾ ਕੋਈ MLA ਹੋਣ ਇਹੋ ਜਿਹੇ, ਲੇਕਿਨ ਇਹ ਸਿਰਫ ਟੌਪ ਤੋਂ ਸ਼ੁਰੂ ਹੁੰਦਾ ਹੈ। ਔਰ ਟੌਪ ਦੀ ਜਿਹੜੀ ਪੋਲਿਟਿਕਸ ਹੈ, ਉਦੋਂ ਤੁਸੀਂ ਵਿਦਿਆਰਥੀ ਜਥੇਬੰਦੀਆਂ 'ਚ ਦਖਲ ਦਿਓਗੇ, ਜਦੋਂ ਤੁਹਾਨੂੰ ਆਪਣੀ ਗੁੰਡਾ ਫੋਰਸ ਦੀ ਲੋੜ ਪੈਂਦੀ ਹੈ ਤੇ ਤੁਸੀਂ ਉਹਨਾਂ ਨੂੰ ਹੱਲਾਸ਼ੇਰੀ ਦਿੰਦੇ ਹੋ, ਔਰ ਤੁਸੀਂ ਉਹਨਾਂ ਨੂੰ ਗਲਤ ਕੰਮਾਂ ਲਈ ਛਡਵਾਉਂਦੇ ਹੋ। ਤੁਸੀਂ ਉਹਨਾਂ ਨੂੰ ਇਹ ਨਹੀਂ ਦੇਖਦੇ ਕਿ ਇਹਨਾਂ ਦੇ ਮਾਪਿਓ ਨੇ ਕਿੰਨੇ ਸੁਪਨੇ ਸਜੋਏ ਹੋਏ ਹੈ ਇਹਨਾਂ ਨੂੰ ਲੈ ਕੇ, ਜਿਹੜਿਆਂ ਨੂੰ ਛੋਟੀ ਜਿਹੀ ਐਡੀ ਕੁ ਥਾਂ ਤੋਂ 20-21 ਸਾਲ ਤੋਂ 22 ਸਾਲ ਤੱਕ ਦਾ ਵਧਾਇਆ ਬੰਦੇ ਨੇ, ਪਾਲਿਆ ਪੋਸਿਆ, ਉਹ ਕੀ ਚਾਹੁੰਦਾ ਹੈ ਆਪਣੇ ਬੱਚਿਆਂ ਤੋਂ, ਤੁਸੀਂ ਉਹਨਾਂ ਨੂੰ ਹਥਿਆਰ ਵਾਂਗੂ ਵਰਤ ਰਹੇ ਹੋ। ਇਹ ਬਹੁਤ ਮੰਦਭਾਗਾ ਤੇ ਬੜੀ ਮਾੜੀ ਸੀ ਇਹ ਸਿਆਸਤ, ਔਰ ਇਹ ਸਿਆਸਤ ਖੇਡੀ ਗਈ ਹੈ। ਇਹਦੇ 'ਚ ਇਹ ਦੋ ਰਾਏ ਨਹੀਂ ਕਿ ਇਹ ਹੋਈ ਹੈ ਕਿ ਨਹੀਂ ਹੋਈ। ਇਹ ਜਿਹੜਾ ਜਾਣ ਬੁੱਝ ਕੇ ਮੁੱਛਾਂ ਨੂੰ ਵੱਟਦੇ ਨੇ ਔਰ ਇਹ ਕਲਚਰ ਇੰਟਰੋਡਿਊਸ ਕਰਨਾ ਕਿ ਜੋ ਮਰਜ਼ੀ ਕਰ ਲਓ, ਅਸੀਂ ਪਿੱਛੇ ਖੜੇ ਹਾਂ ਤੁਹਾਡੇ, ਇਸ ਚੀਜ਼ ਨੇ ਬੜਾ ਨੁਕਸਾਨ ਕੀਤਾ। ਤੁਸੀਂ ਦੇਖਿਆ ਹੀ ਆ ਅੰਮ੍ਰਿਤਸਰ 'ਚ ਇੱਕ ਲੜਕੀ ਦੀ ਇੱਜ਼ਤ ਬਚਾਉਂਦਾ ਬਾਪ, ਔਰ ਉਹ ਵੀ ਮੁਲਾਜ਼ਮ, ਤੇ ਉਹਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ। ਔਰ ਉਹ ਕਿਹਦੀ ਹੱਲਾਸ਼ੇਰੀ ਸੀ, ਕੀ ਸੋਚ ਸੀਗੀ ਜਿਹੜੇ ਮੁਲਜ਼ਮ ਸੀ, ਉਹਨਾਂ ਨੂੰ ਇਹ ਕਿੱਦਾਂ, ਉਹਨਾਂ 'ਚ ਅੰਦਰ ਇਹ ਜੁਰਤ ਕਿਵੇਂ ਕਰ ਲਈ ਉਹਨਾਂ ਨੇ ਗੋਲੀਆਂ, ਇੱਕ ਵਰਦੀ ਵਾਲੇ ਪੁਲਿਸ ਵਾਲੇ ਨੂੰ ਗੋਲੀਆਂ ਮਾਰਨ ਦੀ। ਸੋ ਇਹ ਲੋਕਾਂ ਨੂੰ ਸੋਚਣ ਦੀ ਲੋੜ ਹੈ। ਬਸ ਇੱਕ ਬੜੀ ਅਹਿਮ ਚੀਜ਼ ਹੈ ਕਿ ਜਿਸ ਤਰੀਕੇ ਦੇ ਹਾਲਾਤ ਨੇ, ਉਹਨਾਂ ਦੇ ਵਿੱਚੋਂ ਇਹ ਵੀ ਸਮਝਣਾ ਪੈਂਦਾ ਹੈ ਕਿ ਇਹ ਜਿਹੜੀਆਂ ਚੀਜ਼ਾਂ ਹੋਈਆਂ ਨੇ ਪਿਛਲੇ ਦਿਨਾਂ ਦੇ ਵਿੱਚ, ਇਹ ਸਮੇਟਣੀਆਂ ਬੜੀਆਂ ਆਸਾਨ ਨਹੀਂ ਹੁੰਦੀਆਂ, ਕਿਉਂਕਿ ਇਹ ਗੈਂਗਸਟਰ ਜਦੋਂ ਬਣ ਜਾਂਦੇ ਨੇ, ਇਹਨਾਂ ਦੇ ਫਿਰ ਕਨੈਕਸ਼ਨ ਪੰਜਾਬ ਤੱਕ ਸੀਮਤ ਨਹੀਂ ਰਹਿ ਜਾਂਦੇ, ਪੰਜਾਬ ਤੋਂ ਬਾਹਰਲੀਆਂ ਸਟੇਟਾਂ ਦੇ ਵਿੱਚ ਵੀ ਜਾਂਦੇ ਨੇ, ਤਾਂ ਉੱਥੇ ਵੀ ਇਹਨਾਂ ਦੇ ਕਨੈਕਸ਼ਨ ਬਣਦੇ ਨੇ, ਉੱਥੋਂ ਵੀ ਪਾਵਰ ਬੈਕ ਮਿਲਦੀ ਹੈ ਇਹਨਾਂ ਨੂੰ। ਲੱਗਦਾ ਕਿ ਬੜਾ ਔਖਾ ਸਮਾਂ ਹੈਗਾ, ਔਖਾ ਮੁਕਾਮ ਹੈਗਾ ਆਮ ਆਦਮੀ ਪਾਰਟੀ ਲਈ ਵੀ ਖਾਸ ਕਰਕੇ। ਹਾਂਜੀ, ਆਮ ਆਦਮੀ ਪਾਰਟੀ ਲਈ ਬੜਾ ਵੱਡਾ ਚੈਲੰਜ ਹੈ। ਔਰ ਦੇਖਣ ਦੀ ਗੱਲ ਹੈ ਕਿ ਦੇਖੋ, ਲਾਅ ਐਂਡ ਆਰਡਰ ਨੂੰ ਲੈ ਕੇ ਸਟ੍ਰਿਕਟ ਇੰਸਟਰਕਸ਼ਨਾਂ ਜਿਹੜੀਆਂ CM ਸਾਹਿਬ ਨੇ ਔਰ ਸਾਡੀ ਪਾਰਟੀ ਹਾਈ ਕਮਾਂਡ ਨੇ ਦਿੱਤੀਆਂ, ਕਨਵੀਨਰ ਸਾਹਿਬ ਨੇ ਵੀ, ਕਿ ਦੇਖੋ ਇਸ ਚੀਜ਼ ਨੂੰ ਲੈ ਕੇ ਕੋਈ ਸਮਝੌਤਾ ਨਹੀਂ, ਚਾਹੇ ਕੋਈ ਵੀ ਹੋਵੇ, ਕਿਸੇ ਦਾ ਵੀ ਹੋਵੇ। ਲੇਕਿਨ ਇਹ ਦੇਖੋ ਨਾ, ਇੱਕ ਜਿਹੜੀ ਟੈਰਰਿਸਟ ਔਰ ਗੈਂਗਸਟਰ ਦੀ ਇੱਕ ਸੁਮੇਲ ਹੋ ਗਿਆ, ਇਹ ਬੜਾ ਹੀ ਖਤਰਨਾਕ, ਔਰ ਮਤਲਬ ਦੇਸ਼ ਦੇ ਲਈ ਨਹੀਂ, ਪੰਜਾਬ ਲਈ ਤਾਂ ਬਹੁਤ ਇਹ ਇੱਕ ਨਾ ਜ਼ਹਿਰ ਦਾ ਪਿਆਲਾ ਹੈ ਕਿ ਜਿਹੜੇ ਗੈਂਗਸਟਰ ਉਹ ਟੈਰਰਿਸਟ ਨਾਲ ਮਿਲ ਕੇ, ਜਿਹੜੇ ਹੁਣ ਕੋਈ ਪਹਿਲਾਂ ਤਾਂ ਕਹਿੰਦੇ ਸੀਗੇ ਜਿਹੜੇ ਗਰਮ ਖਿਆਲੀਏ ਹੈ,
ਜਾਂ ਜਿਹੜੇ ਮਤਲਬ ਅੱਤਵਾਦੀ ਕਹਿ ਲਓ ਕਿ ਉਹ ਹੈਰੋਇਨ ਨਾਲ ਫੜੇ ਜਾ ਰਹੇ ਨੇ, ਨਸ਼ਿਆਂ ਨਾਲ ਫੜੇ ਜਾ ਰਹੇ ਨੇ, ਉਹ ਤਸਕਰੀ ਕਰ ਰਹੇ ਹੈ। ਔਰ ਜਿਹੜੇ ਗੈਂਗਸਟਰ ਹੈ ਉਹਨਾਂ ਨੂੰ ਹਥਿਆਰ ਸਪਲਾਈ ਹੋ ਰਹੇ ਹੈ। ਮਤਲਬ ਇਹ ਜਿਹੜਾ ਗੈਂਗਸਟਰ ਦਾ ਨੈਕਸਸ ਫੰਡਾਮੈਂਟਲਿਸਟ ਫੋਰਸਿਸ ਨਾਲ ਹੋ ਗਿਆ, ਇਹ ਬਹੁਤ ਜ਼ਿਆਦਾ ਵਰਿੰਗ ਹੈ। ਦੇਸ਼ ਲਈ ਚੈਲੰਜ ਹੈ, ਪੰਜਾਬ ਲਈ ਚੈਲੰਜ ਹੈ। ਔਰ ਇਹ ਮਾਨ ਸਾਹਿਬ ਦੀ ਮੈਂ ਤਾਂ ਬਹੁਤ ਵੱਡੀ ਉਹਨਾਂ ਦਾ ਸਟੈਂਡ ਹੈ, ਤਾਰੀਫ ਕਰੂੰਗਾ, ਜਿਹੜਾ ਉਹਨਾਂ ਨੇ ਕੋਈ ਪਾਰਟੀ ਪ੍ਰੈਸ਼ਰ ਨਹੀਂ ਮੰਨਿਆ, ਕੋਈ ਕਿਸੇ ਤਰ੍ਹਾਂ ਦਾ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਕੱਲ੍ਹ ਨੂੰ ਕੋਈ ਵੀ ਹੋਵੇ, ਕੋਈ ਲੀਡਰ ਹੋਵੇ, ਕੋਈ ਕਿੱਡਾ ਵੱਡਾ ਵੀ ਆਗੂ ਹੋਵੇ, ਆਫਿਸ ਬੀਅਰਰ ਹੋਵੇ, ਜੇ ਕਿਸੇ ਦਾ ਇੰਨਾ ਤਿਲ ਜਿੰਨਾ ਵੀ ਕੋਈ ਰੋਲ ਹੈ ਕਿਸੇ ਦੇ ਬੱਚੇ ਦਾ, ਕਿਸੇ ਦੇ ਰਿਸ਼ਤੇਦਾਰ ਦਾ, ਉਹਨਾਂ ਨੂੰ ਫੜ ਕੇ ਅੰਦਰ ਕਰ ਦਿਓ। ਇੱਕ ਬੜੀ ਅਹਿਮ ਚੀਜ਼ ਹੈ ਕਿ ਲਾਰੈਂਸ ਬਿਸ਼ਨੋਈ ਦਾ ਨਾਮ ਬੜਾ ਵੱਡਾ ਹੋ ਗਿਆ ਪਿਛਲੇ ਦਿਨਾਂ ਦੇ ਵਿੱਚ। ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ, ਕਹਿੰਦੇ ਕਿ ਜੇਲ੍ਹ ਦੇ ਵਿੱਚੋਂ ਬੈਠੇ ਹੀ ਸਾਰੀ ਗੇਮ ਘੁਮਾ ਦਿੱਤੀ ਗਈ। ਲੱਗਦਾ ਕਿ ਇਹ ਲਾਰੈਂਸ ਬਿਸ਼ਨੋਈ ਦੇ ਪਿੱਛੇ ਕਿਹੜੀ ਤਾਕਤ ਕੰਮ ਕਰ ਰਹੀ ਹੈ ਇਸ ਵੇਲੇ? ਕੌਣ ਹੈਗਾ ਇਸ ਤਾਕਤ ਦੇ ਪਿੱਛੇ? ਦੇਖੋ, ਪਰਟੀਕੂਲਰ ਕੇਸ ਬਾਰੇ ਤਾਂ ਮੈਂ ਨਹੀਂ ਕਮੈਂਟ ਕਰ ਸਕਦਾ, ਲੇਕਿਨ ਮੈਂ ਇੰਨਾ ਜ਼ਰੂਰ ਕਹੂੰਗਾ ਕਿ ਜਿਹੜਾ ਗੈਂਗਸਟਰ ਅੱਜ ਜਿਹੜੇ ਮੁਕਾਮ 'ਤੇ ਪਹੁੰਚ ਜਾਂਦੇ ਨੇ, ਹੁਣ ਜਿਵੇਂ ਮੈਂ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ, ਜਿਹੜੇ ਸਾਡੇ ਕਾਂਗਰਸ ਦੇ ਯੂਥ ਦੇ ਪ੍ਰਧਾਨ ਹੈ, ਜਿਹੜੇ ਯੂਨੀਵਰਸਿਟੀ ਪੜ੍ਹਦੇ ਰਹੇ ਨੇ, ਮਿਸਟਰ ਢਿੱਲੋਂ, ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ। ਉਹਨਾਂ ਨੇ ਲਾਰੈਂਸ ਬਿਸ਼ਨੋਈ ਬਾਰੇ, ਉਹਨਾਂ ਦੇ ਗਰੁੱਪ ਬਾਰੇ ਬੜੀਆਂ ਉਹਨਾਂ ਨੇ ਟਿੱਪਣੀਆਂ ਕੀਤੀਆਂ, ਇੰਟਰਸਟਿੰਗ ਗੱਲਾਂ ਦੱਸੀਆਂ ਕਿ ਕਿਸ ਤਰ੍ਹਾਂ ਨਾਲ ਉਹ ਪਹਿਲਾਂ ਸਾਰੇ ਕੀ ਕਰਨਾ ਚਾਹੁੰਦੇ ਸੀ, ਕਿਵੇਂ ਕਿਵੇਂ ਉਹ ਜ਼ਿੰਦਗੀ ਬਸਰ ਕਰਨਾ ਚਾਹੁੰਦੇ ਸੀ, ਕਿਵੇਂ ਫਿਰ ਉਹਦੇ 'ਚ ਮੋੜ ਆਇਆ, ਕਿਹਦੇ ਨਾਲ ਕਨੈਕਸ਼ਨ ਹੋਏ। ਸੋ ਮੈਂ ਇਹ ਮੰਨਦਾ ਹੈ ਕਿ ਦੇਖੋ, ਗੈਂਗਸਟਰ ਪੈਦਾ ਤਾਂ ਗੈਂਗਸਟਰ ਨਹੀਂ ਹੁੰਦਾ, ਲੇਕਿਨ ਹਾਲਾਤ ਦੇ ਨਾਲ ਉਹਨੂੰ ਪਿੱਛੇ ਸ਼ਕਤੀਆਂ ਕੰਮ ਕਰਦੀਆਂ ਉਹਨੂੰ ਖਰਾਬ ਕਰਨ ਲਈ। ਉਹਦੇ 'ਚ ਇਹ ਮਤਲਬ ਨਹੀਂ ਕਿ ਉਹਦਾ ਕੋਈ ਕਸੂਰ ਨਹੀਂ ਗਾ। ਬਹੁਤ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਨਾ ਕੀਤੀ ਵੀ ਅਸੀਂ ਇਸ ਰਾਹ 'ਤੇ ਨਹੀਂ ਤੁਰਨਾ, ਲੇਕਿਨ ਜਿਹੜੇ ਕੋਈ ਕਮਜ਼ੋਰ ਸੀ, ਜਿਹੜੇ ਸ਼ੋਹਰਤ ਔਰ ਪੈਸੇ ਲਈ ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਉਹਦੇ ਵਾਸਤੇ ਜ਼ਿਆਦਾ ਕੋਈ ਲਾਲਚ ਸੀ, ਉਹ ਗਲਤ ਰਾਹ 'ਤੇ ਨਿਕਲ ਗਏ। ਪਰ ਜਿੱਥੇ ਕਿ ਇਹ ਮਜ਼ਬੂਤੀ ਦਾ ਸੁਨੇਹਾ ਆਉਣਾ ਚਾਹੀਦਾ ਸੀ ਕਿ ਅਸੀਂ ਪੰਜਾਬ ਪੁਲਿਸ ਵੱਲੋਂ ਸਖਤ ਕਾਰਵਾਈ ਹੋਊਗੀ, ਉੱਥੇ ਬੜੀ ਮੰਦਭਾਗੀ ਗੱਲ ਹੈ ਕਿ ਸੁਨੇਹਾ ਇਹ ਆਇਆ ਕਿ ਜੇ ਤੁਸੀਂ ਸਹੀ ਪਾਰਟੀ ਦੇ ਵਿੱਚ ਸਹੀ ਲੋਕਾਂ ਨੂੰ ਜਾਣਦੇ ਹੋ ਤਾਂ ਤੁਹਾਡੇ 'ਤੇ ਕਾਰਵਾਈ ਨਹੀਂ ਹੋਊਗੀ। ਇਹ ਸੁਨੇਹੇ ਨੇ ਬਹੁਤ ਨੁਕਸਾਨ ਕੀਤਾ। ਬੜੀ ਚਿੰਤਾ ਦੀ ਗੱਲ ਹੈ। ਬਸ ਜੇ ਅਸੀਂ ਹੁਣ ਮੌਕੇ ਦੇ ਅਕਾਲੀ ਦਲ ਦੇ ਹਾਲਾਤਾਂ ਦੀ ਗੱਲ ਕਰ ਲਈਏ, ਇਸ ਵੇਲੇ ਬੜੀ ਚੁਣੌਤੀਆਂ ਦੇ ਵਿੱਚੋਂ ਨਿਕਲ ਰਿਹਾ ਹੈਗਾ ਅਕਾਲੀ ਦਲ, ਕਿਉਂਕਿ ਵੱਡੇ ਪੱਧਰ ਤੇ ਬਗਾਵਤ ਵੀ ਸਾਹਮਣੇ ਆ ਰਹੀ ਹੈ। ਤੁਸੀਂ ਵੀ ਬਗਾਵਤ ਕੀਤੀ ਸੀ ਕਿ ਜਿਸ ਤਰੀਕੇ ਦੇ ਹਾਲਾਤ ਨੇ, ਉਦੋਂ ਵਾਜਬ ਨਹੀਂ ਲੱਗਿਆ ਤੁਹਾਨੂੰ ਪਾਰਟੀ ਦੇ ਵਿੱਚ ਰਹਿਣਾ, ਤੇ ਉਹੀ ਹਾਲਾਤ ਹੁਣ ਵੀ ਪੈਦਾ ਹੋਏ ਨੇ। ਪਰ ਬਿਕਰਮ ਸਿੰਘ ਮਜੀਠੀਆ ਜਦੋਂ ਬਾਹਰ ਆਉਂਦੇ ਨੇ ਤਾਂ ਉਹਨੂੰ ਇਸ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਜਾ ਰਿਹਾ ਜਿਵੇਂ ਕੋਈ ਵੱਡੀ ਜੰਗ ਜਿੱਤ ਕੇ ਆਇਆ ਹੋਵੇ, ਜਦਕਿ ਨਸ਼ੇ ਦਾ ਮਾਮਲਾ, ਕੇਸ ਨਸ਼ੇ ਦਾ ਚੱਲ ਰਿਹਾ ਉਹਨਾਂ ਤੇ ਉਹ ਆਪਣੇ ਆਪ ਨੂੰ ਇਦਾਂ ਸੁਰਖਰੂ ਦੱਸ ਰਹੇ ਨੇ ਜਿਵੇਂ ਕੇਸ ਹੀ ਬੰਦ ਹੋ ਗਿਆ ਹੋਵੇ। ਮੈਂ ਖੁਦ ਬੜਾ ਹੈਰਾਨ ਸੀਗਾ ਜਦੋਂ ਮੈਂ ਨਿਊਜ਼ 'ਤੇ ਦੇਖਿਆ ਕਿ ਉੱਥੇ ਲਿਖਿਆ ਹੋਇਆ ਸੀ ਜਰਨੈਲ ਨੂੰ ਜ਼ਮਾਨਤ, ਜਰਨੈਲ ਨੂੰ ਜ਼ਮਾਨਤ। ਔਰ ਫਿਰ ਮੈਂ ਉਸ ਟਾਈਮ ਹੈਰਾਨ ਹੋਇਆ ਜਦੋਂ ਇਹਨੂੰ ਬੇਲ ਨੂੰ ਬੇਲ ਨਾ ਸਮਝ ਕੇ ਇਹਨੂੰ ਇਕਵਿਟਲ ਸਮਝ ਰਹੇ ਨੇ, ਵੀ ਜਿੱਦਾਂ ਕੇਸ ਹੀ ਖਤਮ ਹੋ ਗਿਆ ਹੁੰਦਾ। ਕਿਸੇ ਨੇ ਇਹ ਨਹੀਂ ਪੁੱਛਿਆ ਕਿ ਜੇ ਫਿਰ ਕੋਈ ਵੀ ਪ੍ਰੂਫ ਨਹੀਂ ਸੀ, ਜੇ ਕੇਸ ਹੀ ਗਲਤ ਸੀ ਤਾਂ ਫਿਰ 6 ਮਹੀਨਿਆਂ ਤੱਕ ਅੰਦਰ ਕਿਉਂ ਰਹਿਣਾ ਪਿਆ? ਫਿਰ ਤਾਂ ਜੇ ਗਲਤੀ ਸੀ ਫਿਰ ਤਾਂ ਅਗਲੇ ਦਿਨ ਹੀ ਬਾਹਰ ਆਉਣਾ ਚਾਹੀਦਾ ਸੀ। ਸੋ ਮੈਂ ਇਸ ਗੱਲ ਦੇ ਵਿੱਚ ਮੈਂ ਫਿਰ ਇਹ ਬੜਾ ਮੰਦਭਾਗੀ ਐਪੀਸੋਡ ਹੁੰਦਾ ਹੈ ਕਿ ਤੁਸੀਂ ਇਹਨੂੰ ਅਚੀਵਮੈਂਟ ਦੇ ਤੌਰ 'ਤੇ ਕਰ ਰਹੇ ਹੋ ਪੇਸ਼। ਤੁਸੀਂ ਇਹ ਗਲਤ ਕੰਮ ਨਾ ਕਰੋ, ਜ਼ਿੰਮੇਵਾਰੀ ਲੈ ਕੇ ਤੁਹਾਨੂੰ ਤਾਂ ਹਲੀਮੀ ਨਾਲ ਇਹ ਕਹਿਣਾ ਚਾਹੀਦਾ ਹੈ ਕਿ ਜੇ ਸਾਡੇ ਤੋਂ ਗਲਤੀਆਂ ਹੋਈਆਂ ਹੈ ਤੇ ਅਸੀਂ ਉਹਦੇ ਲਈ ਸ਼ਰਮਿੰਦਾ ਵੀ ਹਾਂ ਤੇ ਉਹਦੇ ਲਈ ਮਾਫੀ ਵੀ ਮੰਗਦੇ ਹਾਂ। ਤੁਸੀਂ ਇਹਨਾਂ ਨੂੰ ਜਰਨੈਲ, ਜਿੱਤ ਔਰ ਕੀ ਹੋਰ, ਮਤਲਬ ਮੈਂ ਹੈਰਾਨ ਹੈ ਕਿ ਇੱਕ ਮੈਚਿਓਰ ਇਹੋ ਜਿਹੀਆਂ ਗੱਲਾਂ ਕਿਹੋ ਜਿਹੀਆਂ ਕਰ ਸਕਦੇ ਨੇ। ਔਰ ਇੱਕ ਪੂਰੀ ਪਾਰਟੀ ਭੱਜ ਕੇ ਸਾਥ ਦੇ ਰਹੀ ਹੈ, ਜਿਹੜੀ ਕਿ ਇੱਕ ਕਿੱਡੀ ਪੁਰਾਣੀ ਪਾਰਟੀ, 100 ਸਾਲ ਪੁਰਾਣੀ ਪਾਰਟੀ, ਅੱਜ ਉਹ ਇੱਕ ਉਹਨਾਂ ਨੂੰ ਖੁਸ਼ ਕਰਨ ਤੇ ਲੱਗੀ ਹੋਈ। ਲੱਗਦਾ ਕਿ ਇਸ ਵੇਲੇ ਬੜੇ ਹਾਲਾਤ ਨਾਜ਼ੁਕ ਨੇ ਅਕਾਲੀ ਦਲ ਦੇ, ਕਿ ਇੱਕ ਹਿਸਾਬ ਨਾਲ ਝੁੰਦਾ ਸਾਹਿਬ ਦੀ ਜਿਹੜੀ ਕਮੇਟੀ ਬਣਾਈ ਗਈ, ਰਿਪੋਰਟ ਆਈ, ਉਹ ਰਿਪੋਰਟ ਦਾ ਵੀ ਕੁਝ ਹੋਰ ਹੀ ਬਣ ਗਿਆ। ਬਾਅਦ ਵਿੱਚ ਪ੍ਰਧਾਨ ਸਾਹਿਬ ਦੀ ਕੁਰਸੀ ਬਚ ਗਈ ਤੇ ਬਾਕੀ ਸਾਰਾ ਅਕਾਲੀ ਦਲ ਭੰਗ ਕਰ ਦਿੱਤਾ ਗਿਆ। ਜੀ ਦੇਖੋ, ਗੱਲ ਇਹ ਹੈ
ਕਿ ਜਦੋਂ ਝੁੰਦਾ ਸਾਹਿਬ ਦੀ ਰਿਪੋਰਟ ਹੀ ਝੁੰਦਾ ਸਾਹਿਬ ਤੋਂ ਹੀ ਰਿਜੈਕਟ ਕਰਾਤੀ ਜਾਂ ਤਾਂ ਹੋਵੇ ਉਹ। ਸੋ ਇਹ ਪ੍ਰੈਸ਼ਰ ਪੋਲਿਟਿਕਸ ਹੈ ਜੀ, ਬੜਾ ਮੰਦਭਾਗੀ ਗੱਲ ਹੈ ਕਿ ਜਿਹੜੀ ਬਿਮਾਰੀ ਹੈ ਉਹਦਾ ਤਾਂ ਇਲਾਜ ਕਰਨੀ। ਹਾਲਾਂਕਿ ਮੈਂ ਤਾਂ ਆਮ ਆਦਮੀ ਪਾਰਟੀ ਦਾ ਬੰਦਾ ਹੈ, ਮੈਨੂੰ ਤਾਂ ਕਮੈਂਟ ਵੀ ਨਹੀਂ ਕਰਨਾ ਚਾਹੀਦਾ ਉਹਨਾਂ ਦੇ ਪਾਰਟੀ ਤੇ, ਪਰ ਮੈਂ ਫਿਰ ਵੀ ਕਿਉਂ ਕਰਕੇ ਮੈਂ ਪੰਥਕ ਹੈ। ਅੱਜ ਵੀ ਮੇਰੇ ਅੰਦਰ ਪੰਥਕ ਪਰੰਪਰਾਵਾਂ ਲਈ ਬੇਹਤਾਸ਼ਾ ਇੱਜ਼ਤ ਹੈ, ਮਾਣ ਹੈ, ਸਨਮਾਨ ਹੈ। ਮੈਂ ਇਸ ਗੱਲ ਉੱਤੇ ਮੈਨੂੰ ਦੁੱਖ ਹੁੰਦਾ ਹੈ ਕਿ ਪੰਥ ਦੀ ਨੁਮਾਇੰਦਾ ਜਮਾਤ ਕਹੀ ਜਾਣ ਵਾਲੀ ਪਾਰਟੀ ਅੱਜ ਕਿਹੜੇ ਮੋੜ ਤੇ ਆ ਕੇ ਖੜ ਗਈ। ਸੋ ਔਰ ਮੈਂ ਇਹ ਦੇਖ ਰਿਹਾ ਕਿ ਉਹਦਾ ਇਲਾਜ ਨਹੀਂ ਹੋ ਰਿਹਾ, ਸਗੋਂ ਉਹਦਾ ਜਿਹੜੇ ਪਾਸੇ ਨੂੰ ਉਹ ਪਹਿਲਾਂ ਹੀ ਤੁਰੇ ਹੋਏ ਸੀ ਉਸ ਪਾਸੇ ਨੂੰ ਹੁਣ ਹੋਰ ਜ਼ੋਰ ਸ਼ੋਰ ਨਾਲ ਤੁਰ ਰਹੇ ਨੇ। ਔਰ ਇਹਦੇ ਅੰਦਰੋਂ ਕਿਤੇ ਨਾ ਕਿਤੇ ਮੈਂ ਮਹਿਸੂਸ ਕਰਦਾ ਕਿ ਭਾਜਪਾ ਵੀ ਸਾਥ ਦੇ ਰਹੀ ਹੈ। ਤੁਹਾਨੂੰ ਅਖੀਰ ਤੇ ਆਹੀ ਸਵਾਲ ਕਿ ਹੁਣ ਜਿਸ ਤਰੀਕੇ ਨਾਲ ਇਸ ਵੇਲੇ ਹਾਲਾਤ ਨੇ, ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦਾ ਕੁਝ ਪਾਰ ਉਤਾਰਾ ਹੋ ਸਕਦਾ ਜਾਂ ਫਿਰ ਲੱਗਦਾ ਕਿ ਕੰਮ ਖਰਾਬ ਹੀ ਹੈ? ਨਹੀਂ ਦੇਖੋ, ਮੈਨੂੰ ਤਾਂ ਕੋਈ ਆਸ ਨਹੀਂ ਗੀ। ਜੇ ਤਾਂ ਪਾਰ ਉਤਾਰਾ ਕਰਨਾ ਹੈ ਤਾਂ ਇੱਕ ਕਿਸੇ ਨਾ ਸਧਾਰਨ ਪਰਿਵਾਰ, ਕਿਰਤੀ ਪਰਿਵਾਰ ਦੇ ਨੌਜਵਾਨ ਬੰਦੇ ਨੂੰ ਉਹਨਾਂ ਨੂੰ ਵਾਗਡੋਰ ਸੌਂਪੋ, ਕੁਛ ਸਮੇਂ ਲਈ ਤਿਆਗ ਦੀ ਭਾਵਨਾ ਲੈ ਕੇ ਆਓ ਔਰ ਪਾਰਟੀ ਨੂੰ ਦੁਬਾਰਾ ਤੋਂ ਜੜ੍ਹਾਂ ਨਾਲ ਜੁੜਨ ਦਾ ਮੌਕਾ ਦੇਣਾ ਚਾਹੀਦਾ ਹੈ। ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਛੱਡਣੀ ਚਾਹੀਦੀ ਹੈ? ਮੈਂ ਤਾਂ ਸਮਝਦਾ ਬਹੁਤ ਦੇਰ ਪਹਿਲਾਂ ਹੀ ਛੱਡ ਦੇਣੀ ਚਾਹੀਦੀ ਸੀ। ਹੁਣ ਤਾਂ ਆਈ ਥਿੰਕ ਕਿ ਹੁਣ ਤਾਂ ਉਹ ਆਪਣੇ ਆਪ ਨੂੰ ਨਾ ਪਾਵਰ ਹੰਗਰੀ ਸ਼ੋਅ ਕਰ ਰਹੇ ਨੇ ਔਰ ਮੈਂ ਤਾਂ ਇਹਨੂੰ ਚੰਗਾ ਨਹੀਂ ਸਮਝਦਾ। ਇੰਨਾ ਦੇਰ ਰਾਜ ਭਾਗ ਕੀਤਾ ਹੈ, ਇੰਨੀ ਦੇਰ ਉਹ ਵੱਡੀਆਂ ਪੋਸਟਾਂ ਤੇ ਰਹੇ ਨੇ, ਤੇ ਜੇ ਅੱਜ ਪਾਰਟੀ ਦੇ ਹਿੱਤ, ਵਧੇਰੇ ਹਿੱਤ ਡਿਮਾਂਡ ਕਰਦੇ ਨੇ ਤਾਂ ਉਹਨਾਂ ਨੂੰ ਛੱਡ ਦੇਣੀ ਚਾਹੀਦੀ। ਉਹ ਵੀਡੀਓ ਦੇਖੀ ਹੋਣੀ ਸ਼ਾਇਦ, ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਅਕਾਲੀ ਦਲ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ, ਸਾਡੇ ਤੋਂ ਹੋ ਸਕਦਾ ਕਿ ਗਲਤੀਆਂ ਹੋਈਆਂ ਹੋਣ ਤੇ ਅਸੀਂ ਗਲਤੀਆਂ ਕਹਿੰਦੇ ਮੰਨਦੇ ਹਾਂ ਵੀ ਜੇ ਗਲਤੀਆਂ ਹੋ ਗਈਆਂ ਤੇ ਮਾਫੀ ਕਰ ਦੇਣੀ ਚਾਹੀਦੀ, ਪਰ ਕਹਿੰਦੇ ਜੇ ਅਕਾਲੀ ਦਲ ਖਤਮ ਹੋ ਗਿਆ ਤਾਂ ਫਿਰ ਪਿੱਛੇ ਕੁਛ ਨਹੀਂ ਰਹਿਣਾ, ਪੰਜਾਬ ਦੀ ਮਾਂ ਪਾਰਟੀ ਅਕਾਲੀ ਦਲ ਹੈਗਾ। ਜਦੋਂ ਸੁਖਬੀਰ ਸਿੰਘ ਬਾਦਲ ਤੋਂ ਅਜਿਹੀਆਂ ਟਿੱਪਣੀਆਂ ਸੁਣਨ ਨੂੰ ਮਿਲਦੀਆਂ ਨੇ ਕਿ ਗਲਤੀਆਂ ਹੋਈਆਂ, ਮੈਂ ਅੱਜ ਹੈਗਾ, ਮੇਰੀ ਥਾਂ ਕੱਲ੍ਹ ਨੂੰ ਹੋਰ ਵੀ ਹੋਣਗੇ ਪ੍ਰਧਾਨ, ਹੋਰ ਵੀ ਆਗੂ ਆਉਣਗੇ, ਪਰ ਗਲਤੀਆਂ ਹੋਈਆਂ ਉਹ ਉਹਨਾਂ ਨੂੰ ਇੱਕ ਪਾਸੇ ਕਰਕੇ ਤੇ ਇਹ ਸੋਚਣਾ ਚਾਹੀਦਾ ਜੇ ਅਕਾਲੀ ਦਲ ਖਤਮ ਹੋ ਗਿਆ ਤਾਂ ਪੰਜਾਬ ਦੇ ਲਈ ਬਹੁਤ ਵੱਡੀ ਚੁਣੌਤੀ ਹੋਊਗੀ। ਨਹੀਂ, ਮੈਂ ਸਮਝਦਾ ਅਸਲ ਦੇ ਵਿੱਚ ਉਹਨਾਂ ਦਾ ਮਤਲਬ ਹੈ ਮੈਨੂੰ ਬਚਾਉਣਾ ਬੜਾ ਜ਼ਰੂਰੀ ਹੈ। ਅਕਾਲੀ ਦਲ ਬਾਰੇ ਜਦੋਂ ਉਹ ਕਹਿੰਦੇ ਆ ਨਾ, ਉਹਦਾ ਅਸਲ ਮਤਲਬ ਹੈ ਮੈਨੂੰ ਸੁਖਬੀਰ ਬਾਦਲ ਨੂੰ ਬਚਾਓ। ਕਾਰਨ ਕੀ ਹੈ ਕਿ ਅਕਾਲੀ ਦਲ ਨੂੰ ਬਚਾਉਣ ਦਾ ਤਾਂ ਸਭ ਤੋਂ ਵੱਡਾ ਫਾਰਮੂਲਾ ਉਹਨਾਂ ਕੋਲੇ ਪਿਆ ਹੈ। ਜੇ ਉਹ ਅਕਾਲੀ ਦਲ ਤੋਂ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣ ਤੇ ਸਾਰੇ ਜਿਹੜੇ ਵੱਖ-ਵੱਖ ਧੜੇ ਵੀ ਇਹੀ ਕਹਿ ਰਹੇ ਨੇ, ਵੱਖ-ਵੱਖ ਲੀਡਰ ਵੀ ਇਹੀ ਕਹਿ ਰਹੇ ਨੇ। ਸੋ ਮੈਂ ਤਾਂ ਮਹਿਸੂਸ ਕਰਦਾ ਕਿ ਅੱਜ ਜੇ ਕੋਈ ਅਕਾਲੀ ਦਲ ਨੂੰ ਬਚਾ ਸਕਦਾ ਹੈ ਤਾਂ ਉਹ ਸੁਖਬੀਰ ਸਿੰਘ ਬਾਦਲ ਹੈ, ਜਿਹੜਾ ਤਿਆਗ ਕਰਕੇ ਬਚਾ ਸਕਦਾ ਹੈ। ਲੋਕਾਂ ਤੋਂ ਆਸ ਕਰਨ ਤੋਂ ਪਹਿਲਾਂ ਕਿ ਲੋਕ ਸਾਡੇ ਨਾਲ ਲੱਗਣਗੇ, ਲੋਕ ਭਗਵੰਤ ਮਾਨ ਨਾਲ ਖੜੇ ਨੇ। ਭਗਵੰਤ ਮਾਨ ਜੋ ਕਰ ਰਿਹਾ ਹੈ ਇਮਾਨਦਾਰੀ ਨਾਲ, ਤੇ ਲੋਕ ਨੇ ਦੇਖਿਆ ਕਿ ਪਿਛਲੇ 20 ਸਾਲਾਂ ਚੋਂ 15 ਸਾਲ ਦਾ ਅਕਾਲੀ ਦਲ ਨੇ ਰਾਜ ਕੀਤਾ, ਤੇ ਜੇ ਇਹਨਾਂ ਨੇ ਕੋਈ ਚੰਗੀ ਕਾਰਗੁਜ਼ਾਰੀ ਕੀਤੀ ਹੁੰਦੀ ਤਾਂ ਫਿਰ ਅੱਜ ਆਹ ਦਿਨ ਕਿਉਂ ਦੇਖਣਾ ਪੈਂਦਾ। ਬਹੁਤ ਸ਼ੁਕਰੀਆ ਸਰ, ਥੈਂਕ ਯੂ। ਸੋ ਇਹ ਸਨ ਬੱਬੀ ਬਾਦਲ। ਤਮਾਮ ਮਸਲੇ ਤੇ ਬੇਬਾਕੀ ਦੇ ਨਾਲ ਗੱਲਬਾਤ ਕੀਤੀ, ਕਿਉਂਕਿ ਬੜੇ ਦਿਨਾਂ ਤੋਂ ਅਸੀਂ ਸੋਚ ਰਹੇ ਸੀਗੇ ਕਿ ਆਖਿਰਕਾਰ ਇਹ ਚੀਜ਼ਾਂ ਬਣੀਆਂ ਕਿਵੇਂ, ਪੈਦਾ ਕਿਵੇਂ ਹੋਈਆਂ, ਗੈਂਗਸਟਰ ਸ਼ਬਦ ਕਿੱਥੋਂ ਆਇਆ, ਕਿਉਂਕਿ ਸਿਸਟਮ 'ਚ ਰਹੇ ਨੇ, ਉਸ ਚੀਜ਼ ਨੂੰ ਨੇੜਿਓਂ ਸਮਝਿਆ ਹੈਗਾ। ਇਸ ਕਰਕੇ ਅੱਜ ਇਸੇ ਵਿਸ਼ੇ ਮੁਤਲਕ ਇਹਨਾਂ ਦੇ ਨਾਲ ਚਰਚਾ ਕਰਨੀ ਸੀਗੀ ਕਿ ਆਖਿਰਕਾਰ ਇਹ ਗੈਂਗਸਟਰ ਬਣੇ ਕਿੱਦਾਂ, ਕਿਹਦੀ ਸ਼ਹਿ ਰਹੀ ਹੈ, ਕਿਸ ਤਰੀਕੇ ਨਾਲ ਹਾਲਾਤ ਵਿਗੜੇ ਅਤੇ ਹੁਣ ਮੌਜੂਦਾ ਸਰਕਾਰ ਕੀ ਕੁਛ ਕਰ ਰਹੀ ਹੈ। ਫਿਲਹਾਲ ਤੁਸੀਂ ਇਸ ਬਾਬਤ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, TV ਪੰਜਾਬ, ਚੰਡੀਗੜ੍ਹ।